ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪੰਜਵੇਂ ਦੇ 6ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਹਰਸਿਓ ਜੁਰੇ ਤਾਂ ਸਭ ਕੋ ਮੀਤ, ਹਰਸਿਓ ਜੁਰੇ ਤਨੇ ਚਲਚੀਤ, ਹਰਸਿਓ ਜੁਰੇ ਨ ਵਿਆਪੇ ਕਾੜਾ, ਹਰਸਿਓ ਜੁਰੇ ਤਾਂ ਹੋਏ ਨਿਸਤਾਰਾ। ਰੇ ਮਨ ਮੇਰੇ ਤੂੰ ਹਰਸਿਓ ਜੋਰ, ਕਾਜ ਤੁਹਾਰੇ ਨਾਹੀ ਹੋਰ ਰਹਾਓ। ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀ ਗਵਾਰ। ਹਰ ਕਾ ਦਾਸ ਨੀਚ ਕੁਲ ਸੁਣੇ, ਤਿਸਕੇ ਸੰਖਿਨ में उदरे। कोट मजंजा के सुन नाम, कोट पूजा जाके है ध्यान। कोट पुन सुन हर की बाणी, कोट फला गुर ते बिद जानी। मन अपने में फिर चेत, बिंस में जाए माया के हेत। हर अविनाशी तुमरे संग, मन मेरे रच राम के रंग। जाके काम उतरे सब भूख, जाके काम न जोए दूत। जाके काम तेरा वडगमर, जाके काम होए तू अमर। जाके चाकर क्यों नहीं डान, जाके चाकर क्यों नहीं बान। जाके दफ्तर पूछे न लेखा, ताकि चाकरी करे बिसेखा। जाके ऊन नाही काहू बात, एके आप अनेके बात। जाकी दृष्ट होए सदा निहाल, मन मेरे करता की काल। ना को चतर नाही को मूड़ा, ना को हीण नाही को सूरा। चित को लाया तित ही लागा, सो सेवक नानक जिस पागा। ना को चतर नाही को मूड़ा, ना को हीण नाही को सूरा। जित को लाया तित ही लागा, ਸੋ ਸੇਵਕ ਨਾਨਕ ਜਿਸ ਪਾਗਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਮਨ, ਤੂੰ ਆਪਣਾ ਧਿਆਨ ਪਰਮੇਸ਼ਰ ਹਰ ਨਾਲ ਲਗਾ, ਜਿਸ ਕਰਕੇ ਤੇਰੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ, ਤੇਰੀਆਂ ਮਾਇਆਵੀ ਵਿਕਾਰ ਕਾਬੂ 'ਚ ਆ ਜਾਣਗੇ, ਖਤਮ ਹੋ ਜਾਣਗੇ। ਅਤੇ ਅਸਲ ਘਰ ਉਹ ਹੀ ਹੈ ਜੀ ਸਾਡਾ, ਜਿੱਥੇ ਅਸੀਂ ਜਾਣਾ ਹੈ। ਪਰ ਫਿਰ ਗੁਰੂ ਜੀ ਕਹਿੰਦੇ ਨਾਲ ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੋ, ਫਿਰ ਪਰਮੇਸ਼ਰ ਆਪਣੀ ਕਿਰਪਾ ਕਰੇ ਅਤੇ ਫਿਰ ਭਾਗਾਂ ਵਿੱਚ ਹੋਵੇ ਤਾਂ ਫਿਰ ਉਸ ਪਰਮੇਸ਼ਰ ਨਾਲ ਇੱਕ ਹੋ ਜਾਂਦਾ ਹੈ ਜੀ। ਸੋ ਗੁਰੂ ਜੀ ਕਹਿੰਦੇ ਹਨ, ਜਿਹੜੇ ਗੁਰਮੁਖ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਹਿਰਦੇ ਵਿੱਚ ਜੋੜਦੇ ਹਨ ਜੀ, ਅਤੇ ਉਹਨਾਂ ਗੁਰਮੁਖਾਂ ਨੂੰ ਸਭ ਕੋਈ ਆਪਣਾ ਮਿੱਤਰ ਦਿਸਦਾ ਹੈ। ਭਾਵ ਉਹਨਾਂ ਨੂੰ ਸਭ ਕੋਈ ਆਪਣੇ ਵਾਂਗਰ ਹੀ ਦਿਸਦੇ ਹਨ ਜੀ। ਕੋਈ ਬੇਗਾਨਾ, ਕੋਈ ਮਿੱਤਰ ਨਹੀਂ ਦਿਸਦਾ ਜੀ। ਹਰ ਵਿੱਚ ਉਹ ਪਰਮੇਸ਼ਰ ਹੀ ਵਸਦਾ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦਾ ਭਾਵ ਚਿੱਤ, ਭਾਵ ਉਹਨਾਂ ਦਾ ਹਿਰਦਾ ਇੱਕੋ ਪਰਮੇਸ਼ਰ ਨਾਲ ਲੱਗਣ ਕਰਕੇ ਦੁੱਖਾਂ ਸੁੱਖਾਂ ਵੱਲੋਂ ਅਡੋਲ ਹੋ ਜਾਂਦਾ ਹੈ ਜੀ। ਭਾਵ ਉਹਨਾਂ ਨੂੰ ਸਮਝ ਆ ਜਾਂਦੀ ਹੈ ਜੀ ਕਿ ਦੁੱਖ ਸੁੱਖ ਵੀ ਇਹ ਪਰਮੇਸ਼ਰ ਦਾ ਹੀ ਇੱਕ ਭਾਣਾ ਹੈ ਜੀ। ਅਤੇ ਉਹਨਾਂ ਗੁਰਮੁਖਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਫਿਕਰ ਨਹੀਂ ਤੰਗ ਕਰਦਾ ਜੀ। ਅਤੇ ਉਹਨਾਂ ਗੁਰਮੁਖਾਂ ਦਾ ਇਸ ਭਾਵ ਸਾਗਰ, ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਤੂੰ ਵੀ ਆਪਣੀ ਲਿਵ ਪਰਮੇਸ਼ਰ ਹਰ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੋੜੋ ਜੀ। ਫਿਰ ਕੁਛ ਕਹਿੰਦੇ ਹਨ, ਕਿਉਂਕਿ ਪਰਮੇਸ਼ਰ ਹਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਤੇਰੇ ਕਿਸੇ ਅਤੇ ਕੁਝ ਵੀ ਕੰਮ ਨਹੀਂ ਆਉਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਸੰਸਾਰ ਸਾਗਰ ਵਿੱਚ ਜੋ ਤੈਨੂੰ ਵੱਡੇ ਵੱਡੇ ਅਮੀਰ ਲੋਕ, ਦੁਨੀਆਦਾਰ ਲੋਕ ਦਿਸਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਮੂਰਖਾਂ ਦੀ ਸਾਰੀ
ਸੰਪਤੀ ਕਿਸੇ ਕੰਮ ਨਹੀਂ ਆਣੀ ਜੀ। ਭਾਵ ਜਿਹੜੇ ਵੀ ਬੜੇ ਧਨੀ ਲੋਕ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਨ ਅਤੇ ਹੰਕਾਰ ਕਰਦੇ ਹਨ, ਗੁਰੂ ਜੀ ਕਹਿੰਦੇ ਨੇ ਇਹ ਇੱਥੇ ਹੀ ਰਹਿ ਜਾਣਾ ਹੈ ਜੀ, ਕਿਸੇ ਨੇ ਉਹਨਾਂ ਨਾਲ ਨਹੀਂ ਜਾਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦਾ ਦਾਸ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਿਆ ਹੋਵੇ ਤਾਂ ਫਿਰ ਜਾਣਿਆ ਜਾਂਦਾ ਹੈ ਜੀ। ਅਤੇ ਫਿਰ ਤੁਸੀਂ ਵੀ ਗੁਰਮੁਖੋ ਪਰਮੇਸ਼ਰ ਦਾ ਸੰਗ ਸਾਥ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਕਰੋ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ ਇੱਕ ਛਿਨ ਵਿੱਚ ਉਸ ਨਾਲ ਜੁੜਿਆ, ਇੱਕ ਛਿਨ ਵਿੱਚ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸੁਣਨ ਨਾਲ ਹੀ ਕਰੋੜਾਂ ਤੀਰਥਾਂ ਇਸ਼ਨਾਨਾਂ ਦਾ ਮਹਾਤਮ ਪ੍ਰਾਪਤ ਹੋ ਜਾਂਦਾ ਹੈ ਜੀ। ਅਤੇ ਪਰਮੇਸ਼ਰ ਦਾ ਧਿਆਨ ਕਰਨ ਨਾਲ ਕਰੋੜਾਂ ਤਰ੍ਹਾਂ ਦੀਆਂ ਪੂਜਾ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਸੁਣ ਕੇ ਕਰੋੜਾਂ ਪੁੰਨ ਮਿਲ ਜਾਂਦੇ ਹਨ ਜੀ। ਅਤੇ ਗੁਰੂ ਪਰਮੇਸ਼ਰ ਨੂੰ, ਗੁਰੂ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਵਿਧੀ ਜਾਣਨ ਨਾਲ ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਕਰੋੜਾਂ ਫਲ ਹਾਸਲ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਤੁਸੀਂ ਆਪਣੇ ਮਨ ਵਿੱਚ ਬਾਰ-ਬਾਰ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨੂੰ ਯਾਦ ਕਰੋ ਜੀ, ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਜਿਹਾ ਕਰਨ ਨਾਲ ਤੁਹਾਡੇ ਮਾਇਆਵੀ ਮੋਹ ਵਿਕਾਰ ਨਸ਼ਟ ਹੋ ਜਾਣਗੇ ਜੀ। ਅਤੇ ਅਵਿਨਾਸ਼ੀ ਪਰਮੇਸ਼ਰ ਤੁਹਾਡੇ ਨਾਲ ਹਮੇਸ਼ਾ ਅੰਗ ਸੰਗ ਅੰਦਰ ਹੀ ਲੱਭ ਪਵੇਗਾ ਜੀ। ਹੇ ਮੇਰੇ ਮਨ ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੀਨ ਹੋ ਜਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਪਰਮੇਸ਼ਰ ਦੇ ਕਾਮ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੱਗਿਆ ਵਿਸ਼ਿਆਂ ਵਿਕਾਰਾਂ ਦੀ ਭੁੱਖ ਮਿਟ ਜਾਂਦੀ ਹੈ ਜੀ। ਅਤੇ ਜਮਦੂਤਾਂ ਦਾ ਜੋ ਭਾਵ ਡਰ ਵੀ ਨਹੀਂ ਸਤਾਉਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਪਰਮੇਸ਼ਰ ਦੇ ਨਾਮ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗਿਆ ਤੁਹਾਡੇ ਬਹੁਤ ਵਡਿਆਈ ਹੋਏਗੀ ਜੀ। ਭਾਵ ਤੁਸੀਂ ਆਪਣੇ ਅੰਦਰ ਇੱਕ ਸਥਿਰ ਸਥਿਤੀ ਨੂੰ ਪਾ ਲਵੋਗੇ ਜੀ। ਅਤੇ ਤੁਸੀਂ ਅਮਰ ਭਾਵ ਤੁਹਾਡਾ ਆਉਣਾ ਜਾਣਾ ਖਤਮ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਜਿਸ ਦੇ ਨੌਕਰ ਭਾਵ ਸੇਵਕਾਂ ਨੂੰ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਪਰਮੇਸ਼ਰ ਦੇ ਨੌਕਰਾਂ ਭਾਵ ਸੇਵਕਾਂ ਨੂੰ ਕੋਈ ਦੰਡ ਕੋਈ ਸਜ਼ਾ ਨਹੀਂ ਲੱਗਦੀ ਜੀ। ਅਤੇ ਉਹਨਾਂ ਚਾਕਰਾਂ ਨੂੰ ਕੋਈ ਬੰਧਨ ਨਹੀਂ ਰਹਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਕਿਸੇ ਦਫ਼ਤਰ ਦਾ ਲੇਖਾ ਭਾਵ ਦਰਬਾਰ ਵਿੱਚ ਲੇਖਾ ਨਹੀਂ ਪੁੱਛਿਆ ਜਾਣਾ ਜੀ। ਇਸ ਲਈ ਹੈ ਮੇਰੇ ਮਨ ਉਸ ਪਰਮੇਸ਼ਰ ਦੀ ਨੌਕਰੀ ਕਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਿੱਚ ਉਹ ਨੌਕਰੀ ਕਰ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਘਰ ਕਿਸੇ ਗੱਲ ਦੀ ਕਮੀ ਨਹੀਂ ਹੈ ਜੀ, ਘਾਟ ਨਹੀਂ ਹੈ ਜੀ। ਅਤੇ ਪਰਮੇਸ਼ਰ ਆਪ ਇੱਕ ਹੁੰਦਾ ਹੋਇਆ ਵੀ ਅਨੇਕਾਂ ਭਾਂਤਾਂ ਨਾਲ ਪ੍ਰਕਾਰ ਨਾਲ ਪ੍ਰਗਟ ਹੁੰਦਾ ਹੈ ਜੀ। ਭਾਵ ਇੱਕ ਹੁੰਦਾ ਹੋਇਆ ਵੀ ਉਹ ਹਰ ਜਗ੍ਹਾ ਹਰ ਦੇ ਅੰਦਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾਲ ਸਦਾ ਨਿਹਾਲ ਹੋਈ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ ਤੂੰ ਉਸ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਕਰੋ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਇਸ ਸੰਸਾਰ ਵਿੱਚ ਨਾ ਕੋਈ ਚਲਾਕ, ਨਾ ਕੋਈ ਮੂਰਖ, ਨਾ ਕੋਈ ਨਿਰਬਲ, ਨਾ ਕੋਈ ਸੂਰਮਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਨੇ ਜਿਨ੍ਹਾਂ ਨੂੰ ਜਿਸ ਕੰਮ ਵਿੱਚ ਲਗਾਇਆ ਹੋਇਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਉਸੇ ਵਿੱਚ ਹੀ ਲੱਗਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਬਣਨ ਦੇ ਪਾਤਰ ਬਣੀਦਾ ਹੈ ਜੀ। ਅਤੇ ਫਿਰ ਪਰਮੇਸ਼ਰ ਨਾਲ ਉਹਨਾਂ ਦਾ ਦਿਲ ਲੱਗਦਾ ਹੈ ਜੀ, ਲੱਗਦੀ ਹੈ ਜੀ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਵੇ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਨੂੰ ਆਪਣੇ ਅਸਲ ਤੋਂ ਦੂਰ ਨਹੀਂ ਹੋਣਾ ਚਾਹੀਦਾ ਜੀ। ਅਸਲ ਮੀਨ ਗੁਰਸ਼ਬਦ ਨਾਮ ਪਰਮੇਸ਼ਰ ਤੋਂ, ਔਰ ਪਰਮੇਸ਼ਰ ਸਾਡੇ ਅੰਦਰ ਹੀ ਹੈ ਜੀ। ਅਸੀਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸਨੂੰ ਪਹਿਚਾਨਣਾ ਹੈ ਜੀ। ਪਰਮੇਸ਼ਰ ਦੇ ਨੌਕਰ ਬਣਨਾ ਹੈ ਜੀ। ਉਹਦੇ ਦਫ਼ਤਰ 'ਚ ਲੇਖਾ ਅਸੀਂ ਦੇਣਾ ਹੈ ਜੀ, ਹੋਰ ਨਹੀਂ ਕਿਸੇ ਨੂੰ ਦੇਣਾ ਜੀ। ਜਿਸ ਨਾਲ ਸਾਡੇ ਦੁੱਖ ਸੁੱਖ, ਜੰਮਣਾ ਮਰਨਾ, ਇਸ ਚੀਜ਼ ਦੀ ਸੋਝੀ ਹੋ ਜਾਏਗੀ ਜੀ ਕਿ ਇਹ ਵੀ ਗੁਰੂ ਦੇ ਭਾਣੇ ਵਿੱਚ ਹੀ ਹੈ ਜੀ, ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਸਾਨੂੰ ਜੰਮਣ ਮਰਨ ਦਾ ਫਿਰ ਡਰ ਵੀ ਨਹੀਂ ਲੱਗੇਗਾ ਜੀ। ਅਤੇ ਅਜਿਹਾ ਕਰਨ ਨਾਲ ਸਭ ਪ੍ਰਕਾਰ ਦੇ ਸੰਸਾਰਿਕ ਦੁੱਖ ਕਸ਼ਟ ਕਲੇਸ਼ ਮਾਇਆਵੀ ਵਿਕਾਰ ਖਤਮ ਹੋ ਜਾਂਦੇ ਹਨ ਜੀ। ਅਤੇ ਪਰਮੇਸ਼ਰ ਹਮੇਸ਼ਾ ਆਪਣੇ ਸੇਵਕਾਂ ਦੇ ਅੰਗ ਸੰਗ ਰਹਿੰਦੇ ਹਨ ਜੀ, ਜਿਹੜੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲਗਾਉਂਦੇ ਹਨ ਜੀ। ਉਹਨਾਂ ਦੀ ਘਾਲ ਕਮਾਈ ਸਖਾਰਥੀ ਹੋ ਜਾਂਦੀ ਹੈ ਜੀ ਅਤੇ ਉਹ ਸੇਵਕ ਚੰਗੇ ਭਾਗਾਂ ਵਾਲੇ ਬਣ ਜਾਂਦੇ ਹਨ ਜੀ। ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੀ ਨਜ਼ਰ ਦਾ ਪ੍ਰਾਪਤ ਬਣਨਾ ਹੈ ਜੀ। ਨਾਮ ਘਾਲ ਕਰਨ ਨਾਲ ਫਿਰ ਗੁਰੂ ਜੀ ਕਹਿੰਦੇ ਹਨ ਫਿਰ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਸਾਡੇ 'ਤੇ ਪੈਣ ਦਾ ਅਵਸਰ ਮਿਲ ਸਕਦਾ ਹੈ ਜੀ। ਇਹ ਜੀਵ ਦੇ ਆਪਣੇ ਵੱਸ ਵਿੱਚ ਕੁਝ ਨਹੀਂ ਹੈ ਜੀ। ਜਿੱਥੇ ਪਰਮੇਸ਼ਰ ਨੇ ਕਿਸੇ ਜੀਵ ਨੂੰ ਲਗਾਇਆ ਹੋਇਆ ਹੈ ਜੀ, ਅੰਤ ਵਿੱਚ ਇਹ ਗੁਰੂ ਜੀ ਕਹਿੰਦੇ ਹਨ ਉੱਥੇ ਹੀ ਉਹ ਲੱਗਿਆ ਹੋਇਆ ਹੈ ਜੀ। ਪਰਮੇਸ਼ਰ ਦੇ ਸੇਵਕ ਚਾਕਰ ਉਹ ਹੀ ਬਣਦੇ ਹਨ ਜੀ ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਵੇ। ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ, ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ ਅਖੀਰ 'ਚ ਸਾਨੂੰ, ਜਿਤ ਕੋ ਲਾਇਆ ਤਿਥ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ। ਜਿਤ ਕੋ ਲਾਇਆ ਤਿਥ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।